वाहिगुरु वाहिगुरु साहब जियो। हम अवगुण परे एक गुण नहीं, अमृत छाड़ बिखे बिक खाई। माया मोह परम पै भुले, सुतदारा सो प्रीत लगाई। एक उत्तम पंथ सुनियो गुर संगत, तै मलंत जम त्रास मिटाई। एक अरदास पाठ कीरत की, गुरु रामदास राखो शरणाई। वाहिगुरु ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਜੁੜ ਬੈਠੀ ਸਤਸੰਗਤ ਜੀਓ। ਆਓ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਗੁਰਮੁਖ ਪਿਆਰੇ, ਆਪਾਂ ਬੜੇ ਵੱਡੇ ਭਾਗਾਂ ਵਾਲੇ ਹਾਂ। ਇੱਕ ਸੰਗਤ ਦੇ ਰੂਪ ਵਿੱਚ, ਇੱਕ ਪਰਿਵਾਰ ਦੇ ਰੂਪ ਵਿੱਚ ਆਪਾਂ ਸਾਰੇ ਇਕੱਤਰ ਹੋਏ। ਆਓ ਗੁਰਮੁਖ ਪਿਆਰਿਓ, ਜਦੋਂ ਆਪਾਂ ਗੁਰਬਾਣੀ ਕੋਲ ਆਉਂਦੇ ਹਾਂ, ਗੁਰੂ ਸਾਹਿਬ ਸਾਨੂੰ ਸਾਡਾ ਪਿਛੋਕੜ ਯਾਦ ਕਰਾਈ ਜਾਂਦੇ ਨੇ। ਕਿਉਂਕਿ ਜੋ ਮਾਨਸ ਜਨਮ ਮਿਲਿਆ ਸਾਨੂੰ 10 ਦੁਆਰਿਆਂ ਤੇ ਸਰੀਰ ਇਹ ਤਿਆਰ ਕਰਕੇ ਸਾਨੂੰ ਦੇ ਦਿੱਤਾ ਹੈ। ਜੋ ਬਾਬਾ ਧੰਨਾ ਜੀ ਦੱਸ ਰਹੇ ਹਨ, ਜਨਨੀ ਕੇਰੇ ਉਦਰ ਉਦਕ ਮੇ ਪਿੰਡ ਕੀਆ 10 ਦੁਆਰਾ, दे आहार अग्न में राखे ऐसो खसम हमारा। ਇਹਦੇ 9 ਦਰ ਬਾਹਰਲੇ ਪਾਸੇ ਲੱਗੇ ਹਨ। 9 ਦੁਆਰੇ ਕਾਇਆ ਕੋਟ ਹੈ, 10ਵਾਂ ਗੁਪਤ ਰਖੀਜੈ। 9 ਬਾਹਰ ਲਾਤੇ ਨੇ, 10ਵਾਂ ਗੁਪਤ ਕਰ ਦਿੱਤਾ। ਹੁਣ ਜਿਉਂ ਹੀ ਅਸੀਂ ਇਹ ਪਿੰਡ ਵਿੱਚ ਆਉਂਦੇ ਹਾਂ, ਇਹ ਜਿਹੜੀ ਪੌਣ ਜਿੱਥੋਂ ਸ਼ੁਰੂ ਹੁੰਦੀ ਹੈ, ਇਹਨੂੰ ਮਾਇਆ ਕਹਿੰਦੇ ਨੇ। ਮਾਇਆ ਇਹ ਸਾਡਾ ਜਿਹੜੀ ਅੰਦਰਲੀ ਦੇਹ ਹੈ, ਜਦੋਂ ਉਹ ਪੌਣ ਦੇ ਨਾਲ ਆਣ ਕੇ ਲੱਗਦੀ ਹੈ ਸਰੀਰ 'ਚ, ਤੇ ਸਾਡਾ ਮਨ ਪਰਮਾਤਮਾ ਨੂੰ ਭੁੱਲ ਜਾਂਦਾ ਹੈ। ਜੋਨ ਛਾੜ ਜੋ ਜਗ में ਆਇਓ, ਲਾਗਤ ਪਵਨ ਖਸਮ ਬਿਸਰਾਇਓ। ਜੋ ਪਰਮਾਤਮਾ ਨੂੰ ਅਸੀਂ ਭੁੱਲ ਜਾਂਦੇ ਹਾਂ। ਜੁਗਾਂ ਜੁਗ ਬੀਤ ਗਏ ਹਨ, ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇ ਲਈ। ਜੁਗਾਂ ਜਗੰਤਰਾਂ ਤੋਂ ਅਸੀਂ ਹਾਰਦੇ ਆ ਰਹੇ ਹਾਂ। ਉਹਨਾਂ ਜੋ ਕਈ ਵਾਰੀ ਮਾਨਸ ਜਾਮੋਂ ਵੀ ਮਿਲਿਆ ਹੋ, ਲੇਕਿਨ ਮਾਨਸ ਜਾਮੇ ਵਿੱਚ ਆ ਕੇ ਉਹ ਕੰਮ ਅਸੀਂ ਨਹੀਂ ਕੀਤਾ ਜੋ ਕਰਕੇ ਅਸੀਂ ਆਪਣੇ ਘਰ ਵਿੱਚ ਵਸ ਸਕਦੇ ਸੀ। ਗੁਰਮੁਖ ਪਿਆਰਿਓ, ਜੋ ਹੀ ਅਸੀਂ ਭੁੱਲ ਗਏ, ਸਾਡੀ ਉਹ ਕਮਲੇ ਵਰਗੀ ਹਾਲਤ ਹੋ ਗਈ। ਜਿਹੜਾ ਆਪਣੇ ਪਰਿਵਾਰ ਚੋਂ ਕੋਈ ਇੱਕ ਜੀਅ ਦਾ ਜੇ ਸੰਤੁਲਨ ਖਰਾਬ ਹੋ ਜਾਏ ਤਾਂ ਉਹ ਘਰ ਛੱਡ ਜਾਂਦਾ, ਉਹ ਬਾਹਰ ਤੁਰਿਆ ਫਿਰਦਾ। ਉਹਨੂੰ ਜੋ ਚੀਜ਼ਾਂ ਚਾਹੀਦੀਆਂ ਵੀ ਨਹੀਂ ਹੁੰਦੀਆਂ, ਉਹ ਇਕੱਠੀਆਂ ਕਰੀ ਜਾਂਦਾ। ਤੁਸੀਂ ਵੇਖੇ ਹੋਣੇ ਅੱਜ ਕੱਲ੍ਹ ਤੇ ਸੋਸ਼ਲ ਮੀਡੀਆ, ਕਿ ਇੱਕ ਮੈਂ ਵੇਖਿਆ ਉਹਦਾ ਦਿਮਾਗੀ ਸੰਤੁਲਨ ਖਰਾਬ ਹੋਇਆ ਤਾਂ ਲੀਰਾਂ ਇਕੱਠੀਆਂ ਕਰਕੇ ਨਾ ਉਹਦੀਆਂ ਗੁੱਤਾਂ ਪਰਾਂਦੀਆਂ ਬਣਾ ਕੇ ਕੋਠੇ ਜਿਹੜਾ ਢੇਰ ਲਾਇਆ ਉਹਨੇ 6-7 ਸਾਲ। ਉਹਦੇ ਉਹ ਕੰਮ ਦੀ ਹੈ ਨਹੀਂ। ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਸਾਨੂੰ ਮਹਾਰਾਜ ਗੁਰੂ ਸਾਹਿਬ ਦੱਸ ਰਹੇ ਹਨ, ਬਿਨ ਨਾਮੇ ਝੂਠਾ ਧਨ ਮਾਲ। ਵੀ ਜਿਹੜਾ ਇਕੱਠਾ ਕਰ ਰਹੇ ਹੋ ਬਿਨਾਂ ਨਾਮ ਤੋਂ ਸਭ ਝੂਠਾ ਹੈ। ਲੇਕਿਨ ਅਸੀਂ ਫਿਰ ਵੀ ਇਕੱਠਾ ਉਹ ਕਰਨ ਲੱਗ ਪਏ ਤੇ ਮਾਲਕ ਨੂੰ ਵਿਸਾਰ ਛੱਡਿਆ। ਹੁਣ ਗੁਰਮੁਖ ਪਿਆਰਿਓ, ਗੁਰੂ ਸਾਹਿਬ ਕਹਿੰਦੇ ਨੇ ਵੀ ਜਿਹਨੂੰ ਮਾੜੀ ਮੋਟੀ ਸੁਰਤ ਆਉਂਦੀ ਹੈ, ਵੀ ਉਹ ਨਾਲ ਦੇ ਪਰਿਵਾਰ ਨੂੰ ਜਿਹੜੀ ਕਹਾਣੀ ਸੁਣਾਈ ਜਾਵੇ। ਜਿਵੇਂ ਆਪਾਂ ਸੰਤੁਲਨ ਬੰਦੇ ਦਾ ਖਰਾਬ ਹੋ ਜਾਂਦਾ ਹੈ, ਉਹਨੂੰ ਫਿਰ ਡਾਕਟਰ ਆਪਾਂ ਨੂੰ ਦਵਾਈ ਦਾਰੂ ਕਰਕੇ ਤੇ ਕਹਿੰਦਾ ਵੀ ਇਹਨੂੰ ਆਪਣੇ ਘਰ ਦੀਆਂ ਗੱਲਾਂ ਦੱਸੋ, ਭੈਣ ਭਰਾਵਾਂ ਦੀਆਂ, ਰਿਸ਼ਤੇਦਾਰਾਂ ਦੀਆਂ ਗੱਲਾਂ ਦੱਸੋ, ਤਾਂ ਕਿ ਇਹਦੀ ਯਾਦਾਸ਼ਤ ਮੁੜ ਆਵੇ। ਇਸੇ ਤਰ੍ਹਾਂ ਹੀ ਗੁਰੂ ਸਾਹਿਬ ਵੀ ਕਹਿੰਦੇ ਨੇ ਕਿ ਘਰ ਦਾ ਭੇਤ ਸਾਡੇ ਮਨ ਨੂੰ ਦੇਈ ਚੱਲੋ, ਵੀ ਸ਼ਾਇਦ ਹੋ ਸਕਦਾ
ਇਹਦੀ ਯਾਦ ਆਜ ਤੋਂ ਵਾਪਸ ਆ ਜਾਵੇ ਤੇ ਇਹ ਘਰ ਨੂੰ ਮੁੜ ਪਵੇ। ਇਹ ਬਾਹਰ ਮੁਖੀ ਹੋਇਆ, ਸ਼ਾਇਦ ਇਹ ਘਰ ਨੂੰ ਮੁੜ ਪਵੇ। ਕਿਹੜਾ ਘਰ ਹੈ? ਸਤਿਗੁਰ ਤੇ ਪਾਏ ਵਿਚਾਰਾ, ਸੁਣ ਸਮਾਧ ਸੱਚਾ ਘਰ, ਉਸ ਘਰ ਨੂੰ ਮੁੜ ਪਵੇ। ਮਾਲਕ ਵਾਜਾ ਮਾਰਦਾ ਗੁਰਬਾਣੀ ਰਾਹੀਂ, ਮਨ ਪਰਦੇਸੀ ਵੇ ਪਿਆਰੇ ਆਓ ਕਰੇ। ਪਰ ਸਾਡਾ ਮਨ ਇਸ ਤਨ ਨੂੰ ਪੱਕਾ ਕਰਕੇ ਬਹਿ ਗਿਆ ਕਿ ਇਹੀ ਮੈਂ ਸੱਚ ਆ, ਮੈਂ ਸਰੀਰ ਹਾਂ। ਝੂਠਾ ਤਨ ਸਾਚਾ ਕਰ ਮੰਨਿਆ। ਹੁਣ ਜਿਉਂ ਹੀ ਗੁਰਮੁਖ ਪਿਆਰਿਓ ਆਪਾਂ ਜਿੰਨੀ ਕਿ ਸੋਝੀ ਮਾਲਕ ਨੇ ਦਿੱਤੀ ਹੈ ਦੂਸਰਿਆਂ ਦੇ ਨਾਲ ਗੱਲਬਾਤ ਕਰਦੇ ਹਾਂ, ਲੇਕਿਨ ਉਹ ਹੋਰਾਂ ਗੱਲਾਂ ਦੇ ਵਿੱਚ ਪਿਆਰ ਸੰਸਾਰ ਦੀਆਂ ਵਿੱਚ। ਮੈਂ ਆਪਣੀ ਅੱਡ ਬੀਤੀ ਤੁਹਾਨੂੰ ਦੱਸਦਾ। ਮੈਂ ਪਿਟਕੋ ਫੂਡ ਸਮਾਨ ਲੈਣ ਗਿਆ, ਉੱਥੇ ਇੱਕ ਗੁਰਮੁਖ ਮਿਲਿਆ, 2 ਮਿੰਟ ਆਪਸ ਵਿੱਚ ਗੱਲਬਾਤ ਕੀਤੀ, ਮੁੜ ਕੇ ਕਹਿੰਦਾ ਵੀ ਕੰਮ ਬਹੁਤ ਸੋਹਣਾ ਹੈ, ਠੀਕ ਆ। ਫਿਰ ਮੈਂ ਕਿਹਾ ਵੀ ਤੂੰ ਗੁਰੂ ਘਰ ਜਾਣਾ ਨਾ? ਕਹਿੰਦਾ ਵੀ ਹੁਣ ਗੁਰੂ ਘਰ ਮੈਂ ਕੀ ਲੈਣ ਜਾਣਾ, ਸਾਰਾ ਕੁਝ ਦਿੱਤਾ ਰੱਬ ਨੇ, ਪ੍ਰੋਪਰਟੀਆਂ 2-3 ਆ, ਸਟੋਰ ਆ, ਬੱਚੇ ਪੜ੍ਹਦੇ ਆ, ਹੋਰ ਕੀ ਲੈਣਾ। ਉਹ ਕੀ ਗੱਲ ਹੈ ਸਾਡੇ, ਸਾਰਾ ਦਿਨ ਲਾਲਚ ਕੱਟਿਆ, ਮਨਮੁਖ ਹੋਰੇ ਗੱਲਾਂ। ਹੁਣ ਮੈਂ ਤਾਂ ਉਹਨਾਂ ਗੱਲ ਕਰਾਂ ਵੀ ਗੁਰਬਾਣੀ ਦੀ, ਪਰਮਾਤਮਾ ਦੀ ਵੀ ਇਹਦੇ ਕੋਈ ਪੱਲੇ ਪਏ। ਜਦੋਂ ਮੈਂ ਕਰਕੇ ਹਟਾਂ ਗੱਲ ਤਾਂ ਉਹ ਆਪਣੇ ਸੰਸਾਰ ਦੀ ਗੱਲ ਸ਼ੁਰੂ ਕਰ ਲਵੇ ਫਿਰ, ਤੇ ਮੈਂ ਹੈਰਾਨ ਵੀ ਇਹ ਸੁਣਦਾ ਹੀ ਨਹੀਂ। ਫਿਰ ਮੈਨੂੰ ਗੁਰਬਾਣੀ ਚੋਂ ਸ਼ਬਦ ਯਾਦ ਆਇਆ ਕਿ ਆਹ ਚੀਜ਼ ਹੈ ਬਈ, ਇਹਦੇ ਨਾਲ ਮੈਂ ਘਰ ਦੀ ਗੱਲ ਕਰ ਰਿਹਾ ਤੇ ਇਹ ਮੈਨੂੰ ਸੰਸਾਰ ਦੇ ਵਿੱਚ ਹੀ ਆਪਣਾ ਸੁੱਖ ਮਾਣ ਰਿਹਾ। ਮਨਮੁਖ ਸਾਰਾ ਦਿਨ ਲਾਲਚ ਅਟਿਆ, ਮਨਮੁਖ ਹੋਰੇ ਗੱਲਾਂ, ਰਾਤੀ ਉਂਘੇ ਦੱਬਿਆ, ਨਵ ਸੂਤ ਸਭ ਢਿੱਲਾ। ਹੁਣ ਇਹ ਰਾਤ ਬਣਾਤੀ ਮਾਲਕ ਨੇ। ਜੇ ਰਾਤ ਨਾ ਬਣਾਉਂਦਾ ਤੇ ਅਸੀਂ ਬਹੁਤ ਸਾਰੇ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ। ਤੇ ਮਹਾਰਾਜ ਕਹਿੰਦੇ ਨੇ ਜਦੋਂ ਇਹ ਸਾਰਾ ਦਿਨ ਲਾਲਚ ਦੇ ਵਿੱਚ ਪਿਆ ਹੋਇਆ ਅੰਤਰਗਤ ਤੇ ਵਿਚਾਰ ਕਰੀ ਜਾਂਦਾ ਅੰਦਰ ਆਪਣੇ, ਤੇ ਜਦੋਂ ਇਹ ਰਾਤ ਨੂੰ ਨੀਂਦ ਇਹਨੂੰ ਦੱਬੂਗੀ, ਰਾਤੀ ਉਂਘੇ ਦੱਬਿਆ, ਨਵ ਸੋਚ ਸਭ ਢਿੱਲਾ, ਤਾਂ ਗਿਆਨ ਇੰਦਰੀਆਂ ਦੀਆਂ ਢਿੱਲੀਆਂ ਹੋਣਗੀਆਂ, ਇਹਨੂੰ ਕੁਛ ਆਰਾਮ ਆ ਜਾਏਗਾ। ਏਦਾਂ ਹੁੰਦੀ ਹੈ। ਸਾਰਾ ਦਿਨ ਅਸੀਂ ਭੱਜੇ ਫਿਰਦੇ ਹਾਂ, ਸੋਚੀ ਜਾਂਦੇ ਹਾਂ, ਤੇ ਜਦੋਂ ਅਸੀਂ ਰਾਤ ਨੂੰ ਸੌਂਦੇ ਹਾਂ ਮਾਲਕ ਸਾਨੂੰ ਇਹ ਤੋਂ ਪਾਸੇ ਕਰਦਾ, ਸਰੀਰ ਨੂੰ ਰਾਤ ਵਾਲੇ ਪਾਸੇ ਭੇਜਦਾ ਹੈ, ਤੇ ਫਿਰ ਇਹ ਸਰੀਰ ਜਿਹੜਾ ਆਰਾਮ ਕਰ ਲੈਂਦਾ। ਹੁਣ ਜਿਹੜਾ ਬੰਦਾ ਗੁਰਬਾਣੀ ਕੋਲ ਨਹੀਂ ਆਉਂਦਾ, ਗੁਰੂ ਕੋਲ ਨਹੀਂ ਆਉਂਦਾ, ਉਹਨੂੰ ਦਰਗਾਹ ਦੇ ਵਿੱਚ ਗੁਰਮੁਖ ਪਿਆਰਿਓ ਜਗ੍ਹਾ ਨਹੀਂ ਮਿਲਦੀ ਜਿੰਨਾ ਚਿਰ ਗੁਰਬਾਣੀ ਤੋਂ ਸਿੱਖ ਕੇ ਉਹ ਕੰਮ ਨਹੀਂ ਕਰਦਾ। ਮਹਾਰਾਜ ਕਹਿੰਦੇ ਜਿਉਂ ਨਗੁਰਾ ਬਹੁ ਬਾਤਾਂ ਜਾਣੇ, ਹਰ ਦਰਗੇ ਹੈ ਭ੍ਰਿਸ਼ਟੀ। ਮਹਾਰਾਜ ਕਹਿੰਦੇ ਜਿਹੜਾ ਗੁਰੂ ਕੋਲ ਨਹੀਂ ਜਾਂਦਾ, ਗੁਰੂ ਹੈ ਨਹੀਂ ਜਿਹਦਾ ਕੋਈ, ਉਹ ਬਾਤਾਂ ਵੀ ਜ਼ਿਆਦੀਆਂ ਜਾਣਦਾ ਹੈ। ਤੁਸੀਂ ਇੱਕ ਗੱਲ ਕਰੋਗੇ ਉਹ 10 ਕਰ ਦੇਗਾ ਮੋਰੇ, ਪਰ ਦਰਗਾਹ ਦੇ ਵਿੱਚ ਉਹ ਦਰਕਾਰਿਆ ਜਾਂਦਾ। ਗੁਰੂ ਪਿਆਰੇ ਇੱਥੇ ਆਪਣਾ ਇੱਕ ਭਰਮ ਕੱਢ ਲਓ। ਜਦੋਂ ਨਗੁਰੇ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੇ ਮੇਰੇ ਵੀਰ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਨਹੀਂ ਲਈ, ਉਹ ਆਪਣੇ ਆਪ ਨੂੰ ਨਗੁਰਾ ਸਮਝੀ ਜਾਂਦੇ। ਸਾਰਾ ਉਮਰ ਗੁਰੂ ਕੋਲ ਆਉਂਦੇ ਰਹਿੰਦੇ ਨੇ। ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਆਉਂਦਾ ਹੈ, ਸਾਰੀ ਉਮਰ ਆਉਂਦਾ ਰਹਿੰਦਾ, ਉਹ ਗੁਰੂ ਵਾਲਾ ਹੈ, ਉਹਦਾ ਗੁਰੂ ਗ੍ਰੰਥ ਸਾਹਿਬ। ਜਿਹੜੀ ਅੰਮ੍ਰਿਤ ਦੀ ਦਾਤ ਸਾਨੂੰ ਦਿੱਤੀ ਜਾਂਦੀ ਹੈ, ਸੰਤ ਬਣੇ ਹੋਏ ਮਨ ਨੂੰ ਸਿਪਾਹੀ ਬਣਾਇਆ ਜਾਂਦਾ ਹੈ, ਅਕਾਲ ਪੁਰਖ ਦੀ ਫੌਜ ਵਿੱਚ ਭਰਤੀ ਕੀਤਾ ਜਾਂਦਾ ਹੈ। ਹੁਣ ਜੇ ਅਕਾਲ ਪੁਰਖ ਨੂੰ ਜਾਣਦੇ ਹੀ ਨਹੀਂ, ਕਮਾਂਡਰ ਨੂੰ ਜਾਣਦੇ ਹੀ ਨਹੀਂ, ਤਾਂ ਫੌਜ ਕਿਹੜੀ ਚ ਭਰਤੀ ਹੋਣਾ? ਠੀਕ ਹੈ। ਇਸ ਕਰਕੇ ਕੋਈ ਆਪਣੇ ਆਪ ਨੂੰ ਨਗੁਰਾ ਨਾ ਸਮਝੇ। ਜਿਹੜੇ ਬੈਠੇ ਹੋ ਆਪਣਾ ਗੁਰੂ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ, ਇਹਨਾਂ ਤੋਂ ਆਪਾਂ ਸਿੱਖਿਆ ਲੈਣੇ, ਤਾਂ ਹੀ ਬੈਠੇ ਇੱਥੇ। ਘਰੋਂ ਇਹੀ ਕਹਿ ਕੇ ਆਏ ਨਾ ਗੁਰੂ ਕੋਲ ਚੱਲੇ, ਗੁਰੂ ਦੇ ਦੁਆਰੇ ਚੱਲੇ, ਗੁਰੂ ਦੇ ਦਰ ਤੇ ਚੱਲੇ। ਨਗੁਰਾ ਨੂੰ ਕਿਹਾ ਜਾਂਦਾ ਜਿਹੜਾ ਕਿਸੇ ਗੁਰੂ ਕੋਲ ਜਾਂਦਾ ਨਹੀਂ, ਕੋਈ ਸਿੱਖਿਆ ਪ੍ਰਾਪਤ ਨਹੀਂ ਕਰਦਾ, ਸਿੱਖ ਨਹੀਂ ਬਣਦਾ, ਸਿਖਿਆਰਥੀ ਨਹੀਂ ਬਣਦਾ। ਹੁਣ ਗੁਰਮੁਖ ਪਿਆਰੇ ਹੋਏ ਮਨ ਨੂੰ ਸੁਣਾਈ ਜਾ ਰਹੀ ਕਹਾਣੀ, ਉਹਨੂੰ ਕਹਿੰਦੇ ਨੇ ਅਕੱਤ ਕਹਾਣੀ, ਜਾਣੀ ਜਾਣੀ ਦੇ ਰਾਜਾ ਰਾਮ ਕੀ ਕਹਾਣੀ। ਕਿਉਂਕਿ ਮਨ ਸਾਡੇ ਨੂੰ ਰਾਜਾ ਬਣਾਇਆ ਇਸ ਕਾਇਆ ਦਾ, ਤੇ ਇਹਨੂੰ 5 ਸੇਵਾਦਾਰ ਦਿੱਤੇ ਹੋਏ। ਕਾਇਆ ਨਗਰੀ ਇਹ ਮਨ ਰਾਜਾ, ਪੰਚ ਵਸੇ ਵਿਚਾਰੀ, ਸਬਦ ਰਵੇ ਆਸਣ ਕਰ ਰਾਜਾ,
ਅਦਲ ਕਰੇ ਗੁਣਕਾਰੀ। ਹੁਣ ਇਹਨੇ ਸ਼ਬਦ ਦਾ ਅਭਿਆਸ ਕਰਨਾ ਸੀ। 5 ਇਹਨੂੰ ਸੇਵਾਦਾਰ ਮਿਲੇ ਸੀ, ਲੇਕਿਨ ਰਾਜਾ ਸੀ ਜਿਹੜਾ ਸੌ ਗਿਆ। ਇਸ ਕਾਇਮ ਵਿੱਚ ਜਿਹੜਾ ਰਾਜਾ ਸੀ ਉਹ ਸੌ ਗਿਆ। ਤਿਹੀ ਗੁਣੇ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਬਿਹਾਨ। ਨੇ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਬਲ ਵਸਿਆ ਬੋਲੇ ਅੰਮ੍ਰਿਤ ਬਾਣੀ। ਉਹ ਜਾਗੇ ਜਿਨ੍ਹਾਂ ਨੇ ਹਰੀ ਨੂੰ ਮਨ ਚ ਵਸਾਇਆ, ਪਰਮਾਤਮਾ ਕੋਲੋਂ ਸੋਝੀ ਲੈ ਗਏ। ਹੁਣ ਇਹਨੂੰ ਆਏ ਨੂੰ ਪਤਾ ਨਹੀਂ ਕਿੰਨਾ ਚਿਰ ਹੋ ਗਿਆ। ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਪਤਾ ਨਹੀਂ ਕਿੰਨਾ ਚਿਰ ਹੋ ਗਿਆ ਸਜ਼ਾ ਮਿਲੀ ਨੂੰ, ਜਨਮ ਮਰਨ ਦਾ। ਹੁਣ ਫਿਰ ਉਸ ਸਮੇਂ ਸਾਨੂੰ ਮਾਨਸ ਜਨਮ ਮਿਲਿਆ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਇੱਕ ਕਹਾਣੀ ਸੁਣਾਉਂਦੇ ਨੇ। ਨਿਰੰਕਾਰ ਦੇ ਧਰਮਰਾਜ ਨੂੰ ਪੁੱਛਿਆ ਵੀ ਵੇਖ ਮਨ ਦਾ ਹਾਲ, ਵੀ ਉਹ ਕਿੱਥੇ ਫਸਿਆ, ਆਉਂਦਾ ਕਿਉਂ ਨਹੀਂ ਵਾਪਸ। ਤੇ ਧਰਮਰਾਜ ਨੇ ਜਦੋਂ ਸਾਡੇ ਮਨ ਨੂੰ ਵੇਖਿਆ ਤੇ ਮਨ ਦੇ ਦੁਆਲੇ ਕਿਲਾ ਇਹੋ ਜਿਹਾ ਬਣਿਆ ਹੋਇਆ ਹੈ ਜਿੱਥੋਂ ਮਨ ਦਾ ਨਿਕਲਣਾ ਬੜਾ ਮੁਸ਼ਕਲ ਹੈ। ਉਹ ਹੁਣ ਕਿਲਾ ਕਿਹੋ ਜਿਹਾ ਜਿੱਥੇ ਮਨ ਆਣ ਕੇ ਰਾਜਾ ਬਣ ਬੈਠਾ ਹੈ। ਰਾਜਾ ਬਣਾਇਆ ਸੀ ਇਹਨੂੰ ਇਸ ਕਾਇਆ ਦਾ, ਇਹਨੇ ਰਾਜ ਕਰਨਾ ਸੀ ਇੱਥੇ, ਪਰ ਇਹ ਸੌ ਗਿਆ ਤੇ ਇਹ ਰਾਜਾ ਹੁਣ ਕਿੱਥੇ ਬਣ ਕੇ ਬੈਠਾ ਹੈ। ਉਹਦਾ ਨਕਸ਼ਾ, ਉਹਦਾ ਹੁਲੀਆ ਜਿਹੜਾ ਗੁਰਬਾਣੀ ਰਾਹੀਂ ਸਾਨੂੰ ਦੱਸਿਆ ਜਾ ਰਿਹਾ ਹੈ। ਲੀਜੇ ਕਿਉਂ ਗੜ, ਗੜ ਹੁੰਦਾ ਕਿਲਾ। ਲੀਜੇ ਕਿਉਂ ਗੜ ਬੰਕਾ ਭਾਈ, ਦੋਵਰ ਕੋਟ ਔਰ ਤੇਵਰ ਖਾਈ। ਜਿਵੇਂ ਤੁਸੀਂ ਵੇਖਦੇ ਹੋ ਨਾ, ਫੌਜੀਆਂ ਨੇ ਜਿਹੜਾ ਕਿਲਾ ਬਣਾਇਆ ਹੁੰਦਾ ਹੈ, ਉਹਦੀਆਂ ਦੋਹਰੀਆਂ ਦੋਹਰੀਆਂ ਕੰਧਾਂ ਤੇ ਆਲੇ ਦੁਆਲੇ ਖਾਈਆਂ ਪੁੱਟੀਆਂ ਹੁੰਦੀਆਂ ਨੇ ਪਾਣੀ ਦੀਆਂ। ਤੇ ਮਹਾਰਾਜ ਕਹਿੰਦੇ ਮਨ ਦੇ ਦੁਆਲੇ ਵੀ ਦੁਬਦਾ ਦੀਆਂ 2 ਦੀਵਾਰਾਂ ਖੜੀਆਂ ਕੀਤੀਆਂ ਨੇ, ਦੋਵਰ ਕੋਟ, ਦੁਬਦਾ ਤੇ ਈਰਖਾ। ਇਹਦੇ ਦੁਆਲੇ ਦੇਖੋ ਆਪਣੇ ਮਨ ਚ ਆਉਂਦੀ ਹੈ ਨਾ, ਈਰਖਾ ਵੀ ਆਉਂਦੀ ਹੈ, ਦੁਬਦਾ ਵੀ ਆਉਂਦੀ ਹੈ। ਲੀਜੇ ਕਿਉਂ ਗੜ ਬੰਕਾ ਭਾਈ, ਦੋਵਰ ਕੋਟ ਔਰ ਤੇਵਰ ਖਾਈ। ਤੇ 3 ਗੁਣ ਮਾਇਆ, ਇਹ ਬਹੁਤ ਜ਼ਰੂਰੀ ਹੈ ਭੇਦ ਲੈਣਾ 3 ਗੁਣ ਮਾਇਆ ਦਾ। ਜਿਹਨੂੰ 3 ਗੁਣ ਮਾਇਆ ਦਾ ਭੇਦ ਨਹੀਂ ਹੈ, ਉਹਨੂੰ ਗੁਰਬਾਣੀ ਦੀ ਏਡੀ ਪਤਾ ਨਹੀਂ ਲੱਗਦਾ ਕਿ ਚੌਥੇ ਪਦ ਦੀ ਕਿਹੜੀ ਬਾਣੀ ਹੈ, ਨਿਰੰਕਾਰ ਦੇ ਦੇਸ਼ ਦੀ ਕਿਹੜੀ ਬਾਣੀ ਹੈ, ਤੇ ਇਸ ਲੋਕ ਦੇ ਵਿੱਚ ਕਿਹੜਾ ਕੀ ਸਮਝਾਇਆ ਸਕਦਾ। ਤੇ 3 ਗੁਣ ਮਾਇਆ ਦੁਆਲੇ ਮਾਰੇ ਕਹਿੰਦੇ ਸਰਕਲ ਕਰਦੀ ਹੈ। ਆ ਵਿਚਾਰ ਜਿਹੜੇ ਆਈ ਜਾਂਦੇ ਨਾ, ਥਾਟਸ, ਉਹ ਮਨ ਦੇ ਦੁਆਲੇ, ਉਹਨੂੰ ਮਾਇਆ ਕਹਿੰਦੇ ਨੇ ਵਿਚਾਰਾਂ। ਇੱਥੇ ਬੈਠੇ ਮਨ ਆ ਦੇਹ ਨੂੰ ਛੱਡ ਕੇ ਚਲਿਆ ਜਾਂਦਾ ਵਿਚਾਰਾਂ 'ਚ ਬਾਹਰ, ਉਹ ਮਾਇਆ ਦਾ ਦੇਸ਼ ਹੈ, ਉਹਨੂੰ ਕਹਿੰਦੇ ਨੇ ਮਾਇਆ। ਪੰਜ ਦੂਤ ਚਿਤਵੇ ਵਕਾਰਾ, ਮਾਇਆ ਮੋਕਾ ਇਹ ਪਛਾਣ। ਫਿਰ ਉਹਦੇ ਦੁਆਲੇ ਹੋਰ ਕੀ ਹੈ, ਕਹਿੰਦੇ 5 25 ਮੋਹ ਮਦ ਮਤਸਰ ਆਡੀ ਪਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚੇ ਕਿਆ ਕਰੂ ਰਗਰਾਇਆ। ਫਿਰ ਕਹਿੰਦੇ ਇਹਦੀਆਂ ਗਿਆਨ ਇੰਦਰੀਆਂ, ਇਹਦੀਆਂ ਕਰਮ ਇੰਦਰੀਆਂ ਇਹੋ ਜਿਹੇ ਚੱਕਰ 'ਚ ਫਸਿਆ ਹੋਇਆ ਹੈ ਵੀ ਇੱਥੋਂ ਕੁਛ ਕੀਤਾ ਨਹੀਂ ਜਾ ਸਕਦਾ। ਮਨ ਐਸਾ ਕਸੂਤੇ ਕੜਿੱਕੀ 'ਚ ਫਸਿਆ ਹੈ, ਜਿਵੇਂ ਆਪਾਂ ਕਰੀ ਜਾਂਦੇ ਰਹਿੰਦੇ ਨਾ, ਭਗਤੀ ਇਹ ਕਿਹੜਾ ਕਿਸੇ ਦਾ ਕੰਮ ਆ, ਮੈਂ ਭਗਤੀ ਕਿੱਥੋਂ ਕਰਾਂ, ਟਾਈਮ ਹੀ ਹੈ ਨਹੀਂ, ਬੰਦਾ ਫਸਿਆ, ਨਿਆਣੇ ਪਾਲਾਂ ਕੀ ਕਰਾਂ। ਇਹੋ ਹੈ 5 25 ਮੋਹ ਮਦ ਮਤਸਰ ਆਡੀ ਪਰਬਲ ਮਾਇਆ, ਜਨ ਕਰੀਬ ਕੋ ਜੋਰ ਨਾ ਪਹੁੰਚੇ ਕਿਆ ਕਰੂ ਰਗਰਾਇਆ। ਫਿਰ ਹੋਰ ਇਹਦੇ ਦੁਆਲੇ ਕੀ ਹੈ, ਕਹਿੰਦੇ ਕਾਮ ਕੁਵਾਰੀ ਦੁੱਖ ਸੁਖ ਦਰਵਾਨੀ। ਇਹ ਆਪਣੇ ਮਨ ਦਾ ਕਿਲਾ, ਆਪਣੇ ਆਪਣੇ ਸਾਰਿਆਂ ਦਾ। ਕਾਮ ਕੁਵਾਰੀ ਦੁੱਖ ਸੁਖ ਦਰਵਾਨੀ, ਪਾਪ ਪੁੰਨ ਦਰਵਾਜ਼ਾ। ਇਹਦੇ ਦੁਆਲੇ ਕਦੇ ਪਾਪ ਸੋਚੀ ਜਾਂਦਾ, ਕਦੇ ਪੁੰਨ ਸੋਚੀ ਜਾਂਦਾ ਹੈ। ਤੇ ਦੁੱਖ ਸੋਖੇ ਦੇ ਅੱਗੇ ਦਰਵਾਨੀ, ਪਹਿਰੇਦਾਰ ਖੜੇ ਕਰ ਦਿੱਤੇ ਨੇ। ਦਰਵਾਨੀ ਹੁੰਦਾ ਸੇਵਾਦਾਰ। ਤੇ ਕਹਿੰਦੇ ਕ੍ਰੋਧ ਪ੍ਰਧਾਨ ਮਹਾਬੜ ਦੰਗਰ, ਤੇ ਮਨ ਮਵਾਸੀ ਰਾਜਾ। ਇਹਨੂੰ ਵੇਖੋ ਰਾਜਾ ਕਿਹੜਾ ਬਣਾਇਆ ਸੀ ਇਹਨੇ, ਆਪਣੇ ਅੰਦਰ ਜੀਵ ਹੈ, ਉਹਨਾਂ ਦੀ ਦੇਖਭਾਲ ਕਰਨੀ ਸੀ। ਇਹ ਸੁੱਤਾ ਰਾਜਾ ਆਪਣੇ ਆਪ ਤੋਂ ਰਾਜਾ ਕਿੱਥੇ ਬਣ ਕੇ ਬਹਿ ਗਿਆ ਵੀ ਇਹ ਨਹੀਂ ਕਹਿੰਦੇ ਆ ਸਕਦਾ। ਫਿਰ ਹੋਰ ਕੀ ਹੈ, ਕਹਿੰਦੇ ਸਵਾਦ ਸਨੋ ਟੋਕ ਮਮਤਾ ਕਾ, ਕਬੁੱਤ ਕਮਾਨ ਚੜਾਈ, ਤਿਸਨਾ ਤੀਰ ਰਹੇ ਘਟ ਭੀਤਰ, ਇਹ ਗੱਲ ਲਿਓ ਨਾ ਜਾਈ। ਫਿਰ ਕਹਿੰਦੇ ਇਹਦੇ ਵਿੱਚ ਸਵਾਦਾਂ ਦੀ ਸਲੋਹ ਹੁੰਦੀ ਹੈ, ਜਿਹੜਾ ਫੌਜੀ ਉੱਤੋਂ ਦੀ ਪਾਉਂਦੇ ਨੇ, ਲੋਹੇ ਦੀ ਪਾਉਂਦੇ ਹੁੰਦੇ, ਉਹਨੂੰ ਸਲੋਹ ਕਹਿੰਦੇ ਵੀ ਜੇ ਤਲਵਾਰ ਵੱਜੇ ਤਾਂ ਸਰੀਰ ਨੂੰ ਨਾ ਪਹੁੰਚੇ। ਇਹ ਵੇਖੋ ਸਵਾਦਾਂ ਦੀ ਸਲੋਹ ਆ ਸਾਡੇ ਭਾਈ।
ਇਹ ਸਾਡੀ ਅੰਦਰਲੀ ਦੇਹ ਦੀ ਗੱਲ ਹੈ ਵੀ ਉਹਦੇ ਦੁਆਲੇ ਜਿਹੜਾ ਸੀਗਾ ਸਰੀਰ ਦੀ ਨਹੀਂ ਗੱਲ ਹੈ। ਤੇ ਮਮਤਾ ਦੀ ਟੋਪੀ ਦੇਤੀ, ਮੋਹ ਦੀ। ਤੇ ਜਿਹੜੀ ਬੁੱਧੀ ਸੀ ਉਹ ਕਹਿੰਦੇ ਇਹਦੀ ਕਬੁੱਧੀ ਬਣਾਤੀ ਹੈ। ਬੁੱਧ ਕਮਾਨ ਚੜਾਈ, ਜਿਵੇਂ ਤੀਰ ਕਮਾਨ ਤੇ ਚੜ ਕੇ ਛੱਡਦਾ ਨਾ, ਇਦਾਂ ਕਹਿੰਦੇ ਇਹਦੀ ਜਿਹੜੀ ਬੁੱਧੀ ਆ ਉਹ ਇਦਾਂ ਕੁਬੁੱਧ ਕਰ ਦਿੱਤੀ। ਤੇ ਕਹਿੰਦੇ ਤਿਸਨਾ ਤੀਰ ਰਹੇ ਘੱਟ ਭੀਤਰ ਇਹ ਗੜ ਲਿਓ ਨਾ ਜਾਏ। ਕਹਿੰਦੇ ਤ੍ਰਿਸ਼ਨਾਵਾਂ ਦੇ ਵਿੱਚ ਬਹੁਤ ਗਹਿਰਾ ਚਲਾ ਗਿਆ। ਜ਼ਿੰਦਗੀ ਤੇ ਗੁਰਮੁਖ ਪਿਆਰਿਓ ਥੋੜੀ ਚਲਦੀ ਹੁੰਦੀ ਹੈ, ਤੇ ਤ੍ਰਿਸ਼ਨਾ ਅਸੀਂ ਲਾ ਲੈਂਦੇ ਆ। ਜਨਮ ਪਤਾ ਨਹੀਂ ਕਿੰਨਾ ਅਸੀਂ 500-600 ਸਾਲ ਖਰੇ ਜੀਣਾ ਹੁੰਦਾ। ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਸਾਰਿਆ। ਤੇ ਬੰਦਾ ਮਰਨਾ ਭੁੱਲ ਜਾਂਦਾ ਜਿਹਦੇ ਅੰਦਰ ਤ੍ਰਿਸ਼ਨਾ ਚੱਲ ਪਵੇ। ਹੁਣ ਗੁਰਮੁਖ ਪਿਆਰਿਓ ਇਹੋ ਜਿਹਾ ਕਿਲਾ ਹੈ ਜਿੱਥੇ ਸਾਡਾ ਮਨ ਫਸਿਆ ਬੈਠਾ। ਤੇ ਮਹਾਰਾਜ ਨੇ ਹੁਕਮ ਕੀਤਾ ਵੀ ਚੱਲ ਤੂੰ ਇੱਕ ਨੂੰ ਤੇ ਛਡਾ ਕੇ ਲਿਆ। ਉਹਦੇ ਹੁਕਮ ਮੰਨਿਆ ਮਹਾਰਾਜ ਦਾ ਧਰਮਰਾਜ ਨੇ। ਉਹ ਮਨ ਨੂੰ ਛਡਾਉਣ ਵਾਸਤੇ ਆ ਗਿਆ। ਉਹਨੇ ਨੂੰ ਪ੍ਰੇਮ ਦੇ ਨਾਲ ਸਮਝਾਉਣਾ ਸ਼ੁਰੂ ਕੀਤਾ। ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰ ਜਾਲੀ, ਏਕ ਹੀ ਚੋਟ ਸਜਾਇਆ। ਬ੍ਰਹਮ ਅਗਨ ਹੁੰਦੀ ਹੈ ਗੁਰਮੁਖ ਪਿਆਰੇ ਸਾਡੇ ਨਾਭੀ ਤੇ ਉਹਦਾ ਪ੍ਰਕਾਸ਼ ਵੀ ਹੋ ਜਾਂਦਾ ਹੈ। ਇਹ ਹਰ ਇੱਕ ਦੇ ਅੰਦਰ ਹੈ। ਜਿਹਦੇ ਘੱਟ ਵੇਲੇ ਉਹਨੂੰ ਕਮਜ਼ੋਰੀ ਹੋ ਜਾਂਦੀ ਹੈ। ਇਸੇ ਕਰਕੇ ਆਪਾਂ ਜਦੋਂ ਸਿਮਰਨ ਕਰਦੇ ਨਾ ਤਾਂ ਵਾਹ ਇਹ ਪੇੜ ਆਪਣੇ ਆਪ ਪਿੱਛੇ ਚਲੇ ਜਾਂਦਾ। ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। तो ब्रह्म अगन तेज बढ़नी शुरू हो जाती तो साडा शरीर नूं कई रोग है जिहड़े हट जाते हैं जो आप सिमरन शुरू करते हैं। इसे करके महाराज कहते हैं परथ में तन का मिटिया दुख मन सकल को हुआ सुख। जो इधरले पासे आप जुड़े सिमरन स्टार्ट किया तो ये साडा इधर ब्रह्म अगन से जी ज़्यादा बढ़नी शुरू हो गई। शरीर जिहड़ा ताकत च रहन लग पिया, कमज़ोर हो जाता शरीर। जे ब्रह्म अगन घट हो फिर उन्हें ग्लूकोज लाते कमजोरी हो जाती। कहते प्रेम पलीता ज्ञान का फिर गोला चलाया उत्थे। गोला ज्ञान का, ज्ञान तो बिना भाई रे गुर बिन ज्ञान ना होए। पुछो ब्रह्मे नारदे वेद व्यासे, ये गुरु तो बिना ज्ञान नहीं हो सकता। ज्ञान दिता इन्हों भाई वेख तू कित्थों आया पिछों, तेरा माँ प्यो कौन है, आ देश छड्ड के कित्थे जाना। ये ज्ञान बख्शिया गुरु ने भी अपने आप की पहचान कर। माना तू जोत स्वरूप है, अपना मूल पछाण कि तू जोत स्वरूप है। तू अपने मूल दी अपने कित्थों तू आया है उसकी भाल कर। प्रेम प्रीता सुरत हवाई, गोला ज्ञान चलाया, ब्रह्म अग्न सहजे पर जाली, एक ही चोट से आया। फिर कहते दूजी फौज तैयार हुई, फिर हवा किया। कहते सत संतोख लड़ने लगा तोरे दो दरवाजा। साध संगत और गुरु की कृपा ते पकड़ियो गढ़ का राजा। ते ए राजे ने उतों फड़िया। सत संगत में जाके आप जो सिमरन करते हैं गुरमुख प्यारियो, ये फिर राजा जिहड़ा जागना शुरू होता है। फिर जिहड़ी इहदे गल विच फाही पाई जाती है साडे दूतां वल्लों। फाही पाते मिर्ग जियों दुख घड़ो नित रोए। वो फाही पाई है साडे गल विच, सानू दिसदा नहीं, साडे कोल बोलिया नहीं जाता। वो फाही किवें कट्टी? कहंदे भगवत भीर सकत सिमरन की, काटी काल पे फासी, दास कमीर चढ़ियो गढ़ उपर, राज लियो बनासी। हुण इहने जदों छडाया मन नूं, इहने वेखिया कि ये मालिक खलोता आप ते पंज दूत है जिहड़े बधे हुए ने, जिहड़े इहदे सेवक इहनूं दित्ते सी, वो इत्थे राज आप कर लग पिया। इहनूं मन नूं साडे नूं सवा दित्ता है। ते जदों इहने वेखिया दो पंजे बधे हुए, पंजे बधे महाबली कर सच्चा ढोआ, अपने चरण जपैण दोए विच आप खड़ो, आप मालिक खलोता। ये मन नूं उत्थे जाके सुरत आई। ਇਹ ਗੁਰੂ ਦੀ ਗੱਲ ਆਪਾਂ ਦੱਸਦੇ ਹਾਂ ਬਹੁਤ ਘੱਟ ਚੱਲਦੇ ਨੇ ਜੀ। ਆਪਾਂ ਇੱਕੋ ਘਰ ਤੋਂ ਆਏ ਹਾਂ ਗੁਰਮੁਖ ਪਿਆਰਿਓ, ਇੱਕੋ ਘਰ ਰਾਤ ਨੂੰ ਵਾਪਸ ਜਾਂਦੇ ਹਾਂ।
ਆਪਣੇ ਵਿੱਚੋਂ ਜਦੋਂ ਆਪਾਂ ਉੱਥੋਂ ਆਉਂਦੇ ਹਾਂ, ਦਿਵਸ ਰਾਤ ਦੀ ਦਾਈ ਦਾਇਆ ਖੇਲੇ ਸਗਲ ਜਗਤ, ਰਾਤ ਨੂੰ ਇੱਥੋਂ ਜਾਂਦੇ ਹਾਂ ਤੇ ਦਿਨੇ ਇਹਦੇ ਵਿੱਚ ਆਉਂਦੇ ਹਾਂ। ਸਾਡੇ ਵਿੱਚੋਂ ਕੋਈ ਜੀਵ, ਇੱਕੋ ਹੀ ਜੀਵ ਆਉਂਦੇ ਹਾਂ, ਕੋਈ ਮੱਝ ਵਿੱਚ ਵੜ ਜਾਂਦਾ ਹੈ, ਕੋਈ ਗਾਂ ਵਿੱਚ ਵੜ ਜਾਂਦਾ ਹੈ, ਕੋਈ ਦਰਖਤ ਵਿੱਚ ਆਣ ਵੜਦਾ ਹੈ, ਕੋਈ ਜਾਨਵਰਾਂ ਵਿੱਚ ਵੜ ਜਾਂਦਾ ਹੈ, ਕੋਈ ਪੰਛੀਆਂ ਵਿੱਚ ਵੜ ਜਾਂਦਾ ਹੈ, ਤੇ ਕਿਸੇ ਕਿਸੇ ਨੂੰ ਸਾਡੇ ਵਾਂਗੂ ਮਾਨਸਿਆਮਾ ਦਿੱਤਾ ਇਹਦੇ ਵਿੱਚ ਆ ਜਾਂਦਾ। ਤੇ ਜੇ ਮਾਨਸਿਆਮੇ ਵਿੱਚੋਂ ਕੱਟਿਆ ਨਹੀਂ ਗੁਰਮੁਖ ਪਿਆਰਿਓ, ਤਾਂ ਫਿਰ ਉੱਥੇ ਦੇ ਉੱਥੇ ਵਾਪਸ ਅਸੀਂ ਚਲੇ ਜਾਵਾਂਗੇ। ਹੁਣ ਇਹਨੇ ਵੇਖੇ ਪੰਜੇ ਬਚੇ ਹੋਏ ਨੇ ਤੇ ਇਹਨੂੰ ਹੋਸ਼ ਆਈ, ਕਹਿੰਦਾ ਇਨ ਲੋਗਨ ਸੇ ਹਮ ਭੈ ਬਰਾਈ, ਇੱਕ ਇੱਕ ਗ੍ਰਹਿ ਮੈਂ ਦੋਏ ਨਾ ਕਟਾਏ। ਕਹਿੰਦਾ ਮੈਨੂੰ ਇਹਨਾਂ ਨੇ ਪੰਜਾਂ ਨੇ ਬਦਨਾਮ ਕਰ ਛੱਡਿਆ। ਇਹ ਸਿਖਾਉਂਦੇ ਨੇ ਨਾ ਅੰਦਰੋਂ ਦੁਬਦਾ, ਈਰਖਾ, ਨਫ਼ਰਤ, ਤੇ ਕਹਿੰਦਾ ਇਹਨਾਂ ਪੰਜਾਂ ਨੇ ਮੈਨੂੰ ਬਦਨਾਮ ਕਰ ਛੱਡਿਆ। ਮੈਂ ਹੁਣ ਇਹਨਾਂ ਦੇ ਨਾਲ ਇੱਕ ਥਾਂ ਦੇ ਵਿੱਚ ਨਹੀਂ ਰਹਿ ਸਕਦਾ। ਇਨ ਲੋਗਨ ਸੇ ਹਮ ਭੈ ਬਰਾਈ, ਏਕ ਏਕ ਗ੍ਰਹਿ ਮੈਂ ਦੋਏ ਨਾ ਕਟਾਈ। ਕਿਹਦੇ ਵਿੱਚ ਜਾਂ ਤੇ ਇਹ ਰਹਿਣਗੇ ਤੇ ਜਾਂ ਮੈਂ ਰਹਾਂਗਾ। ਹੁਣ ਪਰਮਾਤਮਾ ਨੂੰ ਤਾਂ ਪਤਾ ਵੀ ਕਸੂਰ ਦੇਦਾ, ਗੱਲ ਤੇ ਇਹਨੇ ਨਹੀਂ ਮੰਨੀ ਕਦੇ। ਗੁਰੂ ਕੋ ਆਇਆ ਲੇਕਿਨ ਆ ਖਤਮ ਹੋਣ ਵਾਲਾ ਸੀ ਜਿਹੜਾ, ਇਹਦੇ ਵਾਸਤੇ ਮੰਗ ਕੇ ਚਲਾ ਗਿਆ। ਤੇ ਮਹਾਰਾਜ ਕਹਿੰਦੇ ਪ੍ਰਭ ਹੱਸ ਬੋਲੇ ਕੀਆ ਨਿਆਏ। ਉਹ ਹੱਸ ਪਿਆ ਪਰਮਾਤਮਾ, ਕਹਿੰਦੇ ਪ੍ਰਭ ਹੱਸ ਬੋਲੇ ਕੀਆ ਨਿਆਏ, ਸਗਲ ਦੂਤ ਮੇਰੀ ਸੇਵਾ ਲਾਏ। ਉਹ ਫਿਰ ਇਹਦੀ ਸੇਵਾ ਦੇ ਵਿੱਚ ਤੇਰੀ ਸੇਵਾ ਕਰਨਗੇ, ਅੱਜ ਤੂੰ ਨਹੀਂ ਹੁਣ ਨਹੀਂ ਤੈਨੂੰ ਤੰਗ ਕਰਦੇ। ਤੂੰ ਠਾਕਰ ਇਹ ਗ੍ਰਹਿ ਸਭ ਤੇਰਾ, ਕਹੋ ਨਾਨਕ ਗੁਰ ਕੀਓ ਨਵੇਰਾ। ਵੀ ਅੱਜ ਤੂੰ ਇਹਦਾ ਠਾਕਰ ਹੈ, ਇਹਦਾ ਮਾਲਕ ਹੈ ਤੂੰ। ਤੇ ਗੁਰਮੁਖ ਪਿਆਰਿਓ, ਆਪਾਂ ਸੋਚੀਏ ਵੀ ਅਸੀਂ ਮਾਲਕ ਨਹੀਂ। ਇਸ ਵੇਲੇ ਇਸ ਸਰੀਰ ਦੇ ਵਿੱਚ ਮਨ ਸਾਡਾ ਭਿਖਾਰੀ ਬਣਿਆ ਬੈਠਾ, ਭਿਖਾਰੀ। ਮਹਾਰਾਜ ਕਹਿੰਦੇ ਸਰਬ ਜਿਹੜਾ ਰਾਜਾ ਹੁੰਦਾ ਹੈ, ਉਹ ਤਾਂ ਸਾਰੇ ਸੁੱਖ ਹੁੰਦੇ ਨੇ। ਤੇ ਮਹਾਰਾਜ ਕਹਿੰਦੇ ਵੀ ਸਾਰਿਆਂ ਤੋਂ ਦੁਖੀ ਰਾਜਾ ਹੈ। ਤੇ ਜੇ ਰਾਜਾ ਨਾਮ ਜਪ ਲੈ ਤੇ ਉਹ ਵੀ ਸੁਖੀ ਹੋ ਸਕਦਾ। ਸਰਬ ਸ੍ਰੇਸ਼ਟ ਕੋ ਰਾਜਾ ਦੁਖੀਆ। ਆ ਤਨ ਦਾ ਤਾਂ ਕੋਈ ਸਭ ਕੁਝ ਹੁੰਦਾ, ਉਹ ਜਹਾਜ਼ ਹੁੰਦੇ ਆ, ਲੇਕਿਨ ਫਿਰ ਵੀ ਉਹ ਦੁਖੀ ਕਿਉਂ ਦੁਖੀ ਆ? ਮਨ ਤੋਂ ਦੁਖੀ ਹੈ। ਸਰਬ ਸ੍ਰੇਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਤੇ ਆਓ ਆਪਣੇ ਕੋਲ 3 ਮਿੰਟ ਨੇ ਗੁਰਮੁਖ ਪਿਆਰਿਓ, 3 ਮਿੰਟ ਆਪਾਂ ਨਾਮ ਜਪਣਾ ਹੈ। ਕਿਸੇ ਸਰੀਰ ਨੂੰ ਰੱਖਣਾ ਧਿਆਨ 'ਚ, ਕਿਸੇ ਆਕਾਰ ਨੂੰ ਨਹੀਂ ਰੱਖਣਾ। ਸਿਰਫ ਮਹਾਰਾਜ ਨੂੰ, ਨਿਰੰਕਾਰ, ਜਿਹਨੂੰ ਆਪਾਂ ਵੇਖ ਵੀ ਸਕਦੇ ਹਾਂ ਅਨੇਤਰਾਂ ਨਾਲ, ਉਹਦੇ ਵਿੱਚ ਹੀ ਬੈਠੇ ਆ। ਤੇ ਉਹਨੂੰ ਮਨ 'ਚ ਧਿਆ ਕੇ ਤੇ ਉਹਨੂੰ ਆਵਾਜ਼ ਮਾਰੀ ਜਾਣੀ, ਜਿਵੇਂ ਬੱਚਾ ਆਪਣੇ ਪਿਓ ਨੂੰ ਮਾਰਦਾ। ਆਓ ਕਰੋ ਜੀ ਕਿਰਪਾ, ਆਪੇ ਬੋਲਣਾ, ਆਪੇ ਸੁਣਨਾ। ਕਰੋ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਮਹਾਰਾਜ ਕਹਿੰਦੇ ਨੇ ਇੱਕ ਨਾਮ ਬਿਨ ਅੱਗੇ ਲਈਏ ਖੋ, ਇੱਕ ਸਹਾਰ ਕੇ ਨਾਮ ਬਿਨ ਅੱਗੇ ਲਈਏ ਖੋ। ਇਹ ਨਾਮ ਤੋਂ ਬਿਨਾਂ ਸਾਰਾ ਕੁਝ ਹੀ ਗੁਰਮੁਖ ਪਿਆਰਿਓ ਸਾਡੇ ਮਨ ਕੋ ਖੋਲਿਆ ਜਾਣਾ ਹੈ। ਸਿਰਫ ਨਾਮ ਹੀ ਤੁਹਾਡੇ ਨਾਲ ਜਾਣਾ ਹੈ। लूटना है तो लूट है, ले राम नाम है लूट। फिर पाछे पछताएंगे जब प्राण जाएंगे छूट। मगरों सानू पछताना ना पवे। गुरबाणी बोलदे कोई ऐसा अखर वध घट बोलिया गया हो, गुरु संगत बख्शण जोग है, बख्श देना जी। वाहिगुरू जी का खालसा वाहिगुरू जी की फतेह।